We are live now. Good morning, class. Good morning, everyone. I hope you all are doing good. So, संजय रजनी किਵੇਂ ਚੱਲ ਰਹੀ ਹੈ ਤਿਆਰੀ ਤੁਹਾਡੀ ਕੌਨਫੀਡੈਂਸ ਬਿਲਡ ਹੋ ਗਿਆ ਹੁਣ ਕਿ ਅਸੀਂ ਪੇਪਰ ਬੜੇ ਆਰਾਮ ਨਾਲ ਹੁਣ ਕਲੀਅਰ ਕਰ ਸਕਦੇ ਹਾਂ ਸੋ ਜਲਦੀ ਜਲਦੀ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਆਡੀਓ ਵੀਡੀਓ ਕਲੀਅਰ ਹੈ ਪਿਕਚਰ ਵਿਜ਼ੂਅਲਾਈਜੇਸ਼ਨ ਕਿਸੇ ਬੱਚੇ ਨੂੰ ਦਿੱਕਤ ਤਾਂ ਨਹੀਂ ਆ ਰਹੀ ਰਾਜੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੁਣ 8 ਫੈਬ ਨੂੰ ਤੁਹਾਡਾ ਜਿਹੜਾ ਐਗਜ਼ਾਮ ਹੈ ਬੇਸਿਕਲੀ ਸੀਟੈਟ ਦਾ ਉਹਦੇ ਵਿੱਚ ਜਿਹੜਾ ਇੰਗਲਿਸ਼ ਦਾ ਪੋਰਸ਼ਨ ਹੈ ਸੇਮ 30 ਹੀ ਰਹੇਗਾ 30 ਦੇ ਵਿੱਚ 15 ਪੈਡਾਗੋਜੀ ਰਹੇਗਾ ਤੇ 15 ਕੰਪਰੀਹੈਂਸ਼ਨ ਰਹੇਗਾ ਪੈਡਾਗੋਜੀ ਦਾ ਡੇਲੀ ਆਪਣੇ 7 ਵਜੇ ਸ਼ਾਮ ਨੂੰ ਕਲਾਸ ਚੱਲਦੀ ਪਈ ਹੈ ਠੀਕ ਹੈ ਉਹਦੇ ਵਿੱਚ ਵੀ ਇੱਕ ਤੁਹਾਡੇ ਲਈ ਛੋਟੀ ਨਿਊਜ਼ ਇਹ ਹੈ ਕਾਈਂਡ ਆਫ ਅੱਛੀ ਨਿਊਜ਼ ਵੀ ਸਮਝ ਲਓ ਇੱਕ ਸਪੈਸ਼ਲ ਸੈਸ਼ਨ ਆਪਾਂ ਕੰਡਕਟ ਕਰਾਂਗੇ ਕਿਉਂਕਿ ਬੱਚਿਆਂ ਦੀ ਡਿਮਾਂਡ ਸੀ ਕਿ ਮੈਮ ਹੁਣ ਸੀਟੈਟ ਆ ਗਿਆ ਇੱਕ ਫਾਈਨਲ ਰਿਵੀਜ਼ਨ ਤਾਂ ਬਣਦੀ ਹੈ ਸੋ ਉਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਵੈਡਨੈਸਡੇ ਇੱਕ ਸੈਸ਼ਨ ਲਗਾਵਾਂਗੇ ਬਾਕੀ ਅਪਡੇਟ ਦੇ ਦਾਂਗੇ ਕੋਈ ਗੱਲ ਨਹੀਂ ਰੈਸਟ ਆਫ 15 ਮਾਰਕਸ ਕੰਪਰੀਹੈਂਸ਼ਨ ਦੇ ਵਿੱਚੋਂ ਆਉਂਦੇ ਨੇ ਆਲਰੇਡੀ ਆਪਾਂ 5 ਮਤਲਬ 4 ਕਲਾਸਿਸ ਲਗਾ ਚੁੱਕੇ ਹਾਂ ਤੇ ਅੱਜ ਆਪਣਾ 5th ਕਲਾਸ ਹੈ ਹੋਪ ਸੋ ਜਿਹੜਾ ਸੀਟੈਟ ਦਾ ਪੇਪਰ ਉਹਦੇ ਤੋਂ ਪਹਿਲਾਂ ਥੋੜੀ ਬਹੁਤ ਰਿਵੀਜ਼ਨ ਜਾਂ ਇੱਕ ਕੌਨਫੀਡੈਂਸ ਬਿਲਡ ਹੋ ਜਾਏਗਾ ਬਾਕੀ ਮੈਂ ਤੁਹਾਨੂੰ ਹਮੇਸ਼ਾ ਇਹੀ ਕਹਿੰਦੀ ਹਾਂ ਇਹੀ ਸੁਜੈਸਟ ਕੀਤਾ ਹੈ ਕਿ ਕੰਪਰੀਹੈਂਸ਼ਨ ਨੂੰ ਤੁਸੀਂ ਡੇਲੀ ਬੇਸਿਸ ਤੇ ਕਰੋ ਚਾਹੇ 6 ਕੁਐਸਚਨ ਕਰੋ ਚਾਹੇ 7 ਕੁਐਸਚਨ ਕਰੋ 10 ਕੁਐਸਚਨ ਕਰੋ 15 ਕੁਐਸਚਨ ਕਰੋ ਬਟ ਘੱਟ ਤੋਂ ਘੱਟ ਤੁਸੀਂ ਇੱਕ ਪੈਸੇਜ ਤਾਂ ਜ਼ਰੂਰ ਅਟੈਂਪਟ ਕਰੋ ਇਹਦੇ ਨਾਲ ਕੀ ਹੋ ਜਾਏਗਾ ਜਿਹੜਾ ਕੰਮ ਡੇਲੀ ਆਪਾਂ ਕਰਦੇ ਆ ਨਾ ਕੰਟੀਨਿਊਸ ਕਰਦੇ ਆ ਉਹ ਆਪਣੀ ਇੱਕ ਆਦਤ ਬਣ ਜਾਂਦੀ ਹੈ ਤੇ ਉਹ ਆਦਤ ਪੇਪਰ ਦੇ ਵਿੱਚ ਆਪਾਂ ਨੂੰ ਦਿੱਕਤ ਨਹੀਂ ਕਰੇਗੀ ਲੈਟ ਅਸ ਸਪੋਜ਼ ਇੱਕ ਬੱਚਾ ਹੈ ਜਿਹਨੇ ਕਦੇ ਵੀ ਕੰਪਰੀਹੈਂਸ਼ਨ ਨਹੀਂ ਕਰਿਆ ਪੇਪਰ ਤੋਂ ਪਹਿਲਾਂ ਕਰੇਗਾ ਤੇ ਪੀਐਸਸੀਬੀ ਬੋਰਡ ਤੋਂ ਪੜਿਆ ਹੋਇਆ ਇੰਗਲਿਸ਼ ਦੀ ਕਮਾਂਡ ਵੀ ਨਹੀਂ ਡੈਫੀਨਿਟਲੀ ਉਹ ਬੱਚੇ ਨੂੰ ਡਰ ਲੱਗੇਗਾ ਹੈ ਨਾ ਉਹੀ ਜੇਕਰ ਦੂਸਰੇ ਸਾਈਡ ਆਪਾਂ ਗੱਲ ਕਰੀਏ ਜਿਹੜੇ ਬੱਚੇ ਨੇ ਕੰਪਰੀਹੈਂਸ਼ਨ ਡੇਲੀ ਬੇਸਿਸ ਤੇ ਕੀਤਾ ਹੋਏਗਾ ਉਹਨੂੰ ਇਹ ਲੱਗੇਗਾ ਮੈਂ ਜਿਵੇਂ ਮੌਕ ਟੈਸਟ ਪੇਪਰ ਦੇਣਾ ਹੈ ਸੋ ਬਸ ਇਹੀ ਡਿਫਰੈਂਸ ਹੁੰਦਾ ਜੇਕਰ ਡੇਲੀ ਪ੍ਰੈਕਟਿਸ ਕੀਤੇ ਹੋਏ ਇੱਕ ਕਨਸੈਪਟ ਕਲੈਰਿਟੀ ਹੋਣ ਲੱਗ ਪੈਂਦੀ ਹੌਲੀ ਹੌਲੀ ਅੰਡਰਸਟੈਂਡਿੰਗ ਬੂਸਟ ਹੋ ਜਾਂਦੀ ਹੈ ਬਸ ਆਹੀ ਰੀਜ਼ਨ ਹੁੰਦਾ ਹੈ ਕਿ ਆਪਾਂ ਕੰਮ ਨੂੰ ਐਜ਼ ਅ ਕੰਸਿਸਟੈਂਸੀ ਕਿਵੇਂ ਕਰਨਾ ਕਲੀਅਰ ਹੈ ਰਾਜੇ ਸਾਰਿਆਂ ਨੂੰ ਸੋ ਚਲੋ ਕਰਦੇ ਹਾਂ ਆਪਣਾ ਡੇ 5th ਸਟਾਰਟ ਵਿਦ ਦ ਕੰਪਰੀਹੈਂਸ਼ਨ ਇੱਕ ਵਾਰੀ ਕਲਾਸ ਨੂੰ ਜਲਦੀ ਜਲਦੀ ਲਾਈਕ ਸ਼ੇਅਰ ਕਰ ਦਿਓ ਬੇਟਾ ਜੀ ਸਾਰੇ ਜਣੇ ਠੀਕ ਹੈ ਬਾਕੀ ਜਿੰਨਾ ਬੱਚੇ ਨੇ ਰਾਜੇ ਹੱਲੇ ਵੀ ਆਪਣਾ ਬੈਚ ਨੂੰ ਪਰਚੇਸ ਨਹੀਂ ਕਰਿਆ ਜਲਦੀ ਤੋਂ ਜਲਦੀ ਕਰ ਲਓ ਕਿਉਂਕਿ ਟਾਈਮ ਆਲਰੇਡੀ ਕਾਫੀ ਲਿਮਿਟਿਡ ਹੈ ਸੀਟੈਟ ਵੀ ਆਲਰੇਡੀ ਬਸ ਐਵੇਂ ਸਮਝੋ ਕਿ ਇੱਕ ਹਫਤਾ ਹੈਗਾ ਉਸ ਤੋਂ ਬਾਅਦ ਸਿਰਫ ਪੀਐਸਟੇਟ ਰਹਿ ਜਾਏਗਾ ਠੀਕ ਹੈ ਬੇਟਾ ਜੀ ਤੇ ਆਪਣੇ YouTube ਤੇ ਜਿੰਨੇ ਵੀ ਟੀਚਰਸ ਨੇ ਸਾਰੇ ਹੀ ਤੁਹਾਡੇ ਲਈ ਕਾਫੀ ਐਫਰਟਸ ਕਰਕੇ ਆਪਣੇ ਕਲਾਸਿਸ ਲਗਾ ਰਹੇ ਨੇ ਉਹਨਾਂ ਡੇਲੀ ਬੇਸਿਸ ਸੋ ਪਲੀਜ਼ ਤੁਸੀਂ ਇਹਨਾਂ ਨੂੰ ਜੁਆਇਨ ਕਰਿਆ ਕਰੋ ਪਲੀਜ਼ ਵੈਸੇ ਐਜ਼ ਅ ਟੀਚਰ ਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਬੱਚੇ ਨੂੰ ਨੀਡ ਹੈ ਕਿ ਮੈਂ ਪੜ੍ਹਨਾ ਮੈਂ ਪੇਪਰ ਕਲੀਅਰ ਕਰਨਾ ਤਾਂ ਡੈਫੀਨਿਟਲੀ ਬੱਚਾ ਆਏਗਾ ਬਟ ਚਲੋ ਸਟਿਲ ਕਈ ਵਾਰੀ ਕੁਝ ਬੱਚੇ ਐਵੇਂ ਹੁੰਦੇ ਨੇ ਜਿਨ੍ਹਾਂ ਨੂੰ ਮੋਟੀਵੇਸ਼ਨ ਦੀ ਨੀਡ ਹੁੰਦੀ ਹੈ ਉਹਨਾਂ ਲਈ ਆਪਾਂ ਸਪੈਸ਼ਲ ਪਲੀਜ਼ ਵਰਡ ਯੂਜ਼ ਕੀਤਾ ਰਾਜੇ ਲਗਾ ਲਓ ਕਿਉਂਕਿ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ ਬਹੁਤ ਹੀ ਟੀਚਰ ਐਫਰਟਸ ਕਰ ਰਹੇ ਨੇ ਬਹੁਤ ਹੀ ਮਿਹਨਤ ਕਰ ਰਹੇ ਨੇ ਡੇਲੀ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਣ ਲਈ ਤਾਂ ਕਿ ਤੁਹਾਡਾ ਪੇਪਰ ਕਲੀਅਰ ਹੋ ਜਾਏ ਠੀਕ ਹੈ ਬੇਟਾ ਜੀ ਸੋ ਕਰਦੇ ਹਾਂ ਸਟਾਰਟ ਆਪਣਾ ਕੰਪਰੀਹੈਂਸ਼ਨ ਚਲੋ ਅੱਜ ਆਪਾਂ ਨੂੰ ਪਹਿਲਾਂ ਹੀ ਕਰਾਂਗੇ ਥਿਊਰੀ ਸੌਰੀ ਐਜ਼ ਅ ਪਹਿਲਾ ਪੈਸੇਜ ਪੜਾਂਗੇ ਆਫਟਰ ਦੈਟ ਕੁਐਸਚਨਸ ਤੇ ਮੂਵ ਕਰਾਂਗੇ ਠੀਕ ਹੈ ਅੱਜ ਕੁਝ ਸਮਥਿੰਗ ਨਿਊ ਕਰਾਂਗੇ ਸੋ ਫਰਸਟ ਆਪਾਂ ਨੂੰ ਦਿੱਤਾ ਹੋਇਆ ਪੈਸੇਜ ਸੈਕਿੰਡ ਦਿੱਤਾ ਹੋਇਆ ਮੇਬੀ ਸ਼ਾਇਦ ਸੈਕਿੰਡ ਪੇਜ ਤੇ ਥਰਡ ਵੀ ਦਿੱਤਾ ਹੋਏਗਾ ਚਲੋ ਪੜ੍ਹਦੇ ਹਾਂ A majority of people think that their dream job is too hard to achieve. Majority मतलब maximum. A majority of people think that their dream job is too hard to achieve. मतलब like ਜਿਵੇਂ ਆਪਣੀ ਟੀਚਿੰਗ ਹੈ ਡ੍ਰੀਮ ਜੋਬ ਮੇਰੀ ਤਾਂ ਹੈ ਲਾਈਕ ਤੁਹਾਡਾ ਪਤਾ ਨਹੀਂ ਕਈ ਬੱਚਿਆਂ ਦਾ ਪੈਸ਼ਨ ਹੀ ਨਹੀਂਗਾ ਬਾਕੀ ਸਿਰਫ ਮਾਈਨੋਰਿਟੀ ਦੇ ਵਿੱਚ ਹੈ ਮਾਈਨੋਰਿਟੀ ਦੇ ਵਿੱਚ ਬੱਚੇ ਨੇ ਜਿਨ੍ਹਾਂ ਦਾ ਇੱਕ ਪੈਸ਼ਨ ਹੈ ਟੀਚਿੰਗ ਚਲੋ ਟੂ ਕੰਪੀਟੀਟਿਵ ਐਂਡ ਬਿਲੀਵ ਦੈਟ ਹੁਣ ਜਿਹੜੇ ਮੇਨ ਵਰਡਸ ਨੇ ਮੈਂ ਜ਼ਰੂਰ ਹਾਈਲਾਈਟ ਕਰ ਲੈਣੇ ਤੇ ਪਿੱਛੇ ਰੀਜ਼ਨ ਕੀ ਹੈ ਕਿਉਂਕਿ ਡਾਇਰੈਕਟ ਕੁਐਸਚਨ ਦੀ ਆਪਸ਼ਨਸ ਦੇ ਵਿੱਚ ਦਿੱਤੇ ਜਾ ਸਕਦੇ ਨੇ so a majority of people think that their dream job is too hard to achieve too competitive and believe that it is all a matter of luck ਕੁਝ ਲੋਕ ਕੀ ਕਹਿੰਦੇ ਨੇ ਇਹ ਸਾਰਾ ਕਿੰਨਾ ਮੈਟਰ ਹੈ ਲੱਕ ਦਾ ਮੈਟਰ ਹੈ ਠੀਕ ਹੈ so all this is true actually but why should that stop anyone from trying to get the job they really want ਠੀਕ ਹੈ ਬਾਕੀ ਸਾਰੀ ਚੀਜ਼ਾਂ ਸੱਚ ਨੇ ਬਟ ਐਕਚੁਅਲ ਦੇ ਵਿੱਚ ਕਿਉਂ ਲੋਕਾਂ ਨੂੰ ਰੋਕਿਆ ਜਾਂਦਾ ਆ ਉਹ ਆਪਣੇ ਆਪ ਨੂੰ ਰੋਕ ਰਹੇ ਨੇ ਆਪਣੀ ਡ੍ਰੀਮ ਜੌਬ ਨੂੰ ਲੈਣ ਨੂੰ ਆ ਰੀਅਲੀ ਡਿਟਰਮਾਈਨ ਪਰਸਨ ਜਾਂ ਉਹ ਪੀਪਲ ਹੁੰਦੇ ਨੇ ਜਿਹੜੇ ਆਪਣੇ ਕੰਮ ਦੇ ਪ੍ਰਤੀ ਕੰਸਿਸਟੈਂਟ ਹੁੰਦੇ ਨੇ ਫੋਕਸਡ ਹੁੰਦੇ ਨੇ ਹਰ ਇੱਕ ਚੀਜ਼ ਦੇ ਧਿਆਨ ਰੱਖਦੇ ਨੇ ਵਿਲ ਆਲਵੇਜ਼ ਸਕਸੀਡ and in many ways will need other people to give up trying so that he can succeed ਕੁਝ ਲੋਕੀ ਐਵੇਂ ਨੇ ਜਿਹੜੇ continuous trying ਫੈਕਟਰ ਤੇ ਚੱਲਦੇ ਨੇ ਲਾਈਕ ਇੱਕ ਵਾਰੀ ਪੀਐਸਟੈਟ ਕਲੀਅਰ ਨਹੀਂ ਹੋਇਆ ਤਾਂ ਦੂਸਰੀ ਵਾਰੀ ਵੀ ਟਰਾਈ ਕਰਨਗੇ ਕੋਈ ਗੱਲ ਨਹੀਂ ਫਿਰ ਕਿਉਂ ਇੱਕ ਵਾਰੀ ਨਹੀਂ ਹੋਇਆ ਤਾਂ ਦੂਸਰੀ ਵਾਰੀ ਅਸੀਂ ਪੇਪਰ ਕਲੀਅਰ ਕਰ ਲਾਂਗੇ ਸਮ ਟਾਈਮ ਰੱਬ ਨਾ ਕਰੇ ਕਿਸੇ ਦਾ ਐਵੇਂ ਵੀ ਹੋਏ ਸੈਕਿੰਡ ਟਾਈਮ ਵੀ ਨਾ ਹੋਏ
ਤਾਂ ਥਰਡ ਟਾਈਮ ਵੀ ਅਸੀਂ ਮਿਹਨਤ ਕਰਾਂਗੇ, ਮਤਲਬ ਕਦੀ ਹਿੰਮਤ ਨਹੀਂ ਹਾਰਦੇ। ਕਿਉਂ? ਕਿਉਂਕਿ ਉਹਨਾਂ ਨੇ ਇੱਕ ਸਕਸੈਸ ਨੂੰ ਅਚੀਵ ਕਰਨਾ। ਕਲੀਅਰ ਹੈ? ਸੋ ਫਸਟ ਤਾਂ ਪੈਸੇਜ ਬਹੁਤ ਹੀ ਈਜ਼ੀ ਸੀ, ਆਈ ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਸੈਕਿੰਡ, ਮੈਨੀ ਜੋਬ ਸੀਕਰਸ ਮਤਲਬ ਜਿਨ੍ਹਾਂ ਨੂੰ ਜੋਬ ਦੀ ਨੀਡ ਹੈ, feel limited by the choices they made at a college. Okay, they may think that because they studied marketing बारे पढ़ते हैं, all they can ever do is work in the marketing. All the evidence show that. Evidence मतलब होता है सबूत। सारे सबूत की दर्शाते हैं। In fact, employers are less interested in acquired knowledge than the ability to think and learn. हम कह रहे ने employers ਜਿਹੜੇ employers ने are less interested किन ਵਿੱਚ ਘੱਟ interest show ਕਰ ਰਹੇ ਨੇ acquired knowledge than the ability to think and learn। ਹੁਣ ਤੁਹਾਨੂੰ ਪਤਾ THAN ਵਾਲਾ then ਜਿਹੜਾ ਹੁੰਦਾ for comparison ਆਪਾਂ use ਕਰਦੇ ਹਾਂ। It is also very difficult to predict ਹੁੰਦਾ ਅਨੁਮਾਨ ਲਗਾਉਣਾ। ਜੋ word ਮੈਂ ਪੰਜਾਬੀ ਚ ਬੋਲ ਰਹੀ ਹਾਂ ਰਾਜੇ ਲਿਖ ਲੈਣਾ। predict ਦਾ ਮਤਲਬ ਕੀ ਹੁੰਦਾ ਹੈ? ਅਨੁਮਾਨ ਲਗਾਉਣਾ, ਅੰਦਾਜ਼ਾ ਲਗਾਉਣਾ। So it is also difficult ਦੇ ਲਈ ਇੱਕ ਹੋਰ word use ਹੋ ਸਕਦਾ, that is a daunting। Like ਆਪਾਂ ਕਹਿੰਦੇ it is a quite daunting task for me, it is a quite difficult task for me। ठीक है? So it is quite difficult। The needs of society, for example, if a person, for example ਦੀ ਜਗ੍ਹਾ ਤੇ ਇੱਕ ਹੋਰ word use ਹੋ ਸਕਦਾ for instance ਤੇ confuse ਨਾ ਹੋਇਆ ਜੇ for instance ਦਾ ਮਤਲਬ ਕੀ ਹੁੰਦਾ example। So if a person choose to study dentistry because there was a lack of dentists when he was in a high school, that may not be the case when he graduates। The needs of employers and the economy can change very quickly, बहुत जल्दी change हो सकती है, and often unexpectedly। often का मतलब क्या होता है? अक्सर। usually I do this work। ठीक है? unexpectedly। जेकर मैं grammar base ਤੇ ਗੱਲ ਕਰਾਂ ਬੇਟਾ ਜੀ, ਇੱਕ word ਹੁੰਦਾ often, ਇੱਕ word ਹੁੰਦਾ scarcely, ਇੱਕ word ਹੁੰਦਾ rarely। ठीक है? ਇਹਨਾਂ ਦੇ ਨਾਲ ਹਮੇਸ਼ਾ ਆਪਾਂ ਕੀ use ਕਰਦੇ ਹਾਂ? when as a sentence formation। error ਦੇ ਵਿੱਚ ਜੇਕਰ ਬਣ ਜਾਏ ਬਸ ਨਹੀਂ ਆਉਂਦਾ। ठीक है? चलो next ਗੱਲ ਕਰਦੇ ਹਾਂ। Of course, if it is a very tough time economically, it is hard to find employment straight after university। मतलब ਜਦੋਂ ਤੁਸੀਂ ਆਪਣੀ schooling ਕੀਤੀ, schooling ਤੋਂ ਬਾਅਦ university complete ਕੀਤੀ, ਉਸ ਤੋਂ ਬਾਅਦ directly ਤੁਸੀਂ economically ਜਾਂ financially stable ਹੋ ਜਾਓ, ਇੱਕ ਵਾਰੀ difficult ਹੈ। ਠੀਕ ਹੈ? But it is by no means impossible। ਹੁਣ ਤੁਸੀਂ ਇੱਥੇ ਵੀ ਦੇਖ ਲਓ, but ਕਦੋਂ ਆਪਾਂ use ਕਰਦੇ ਹਾਂ? ਪਹਿਲੇ ਚ ਗੱਲ ਕੁਝ ਹੋਰ ਕਹਿ ਰਹੇ ਨੇ, ਉਹਦਾ contradict ਕਹਿ ਰਹੇ ਨੇ ਦੂਸਰੀ ਗੱਲ। No doubt ਆਪਾਂ financially independent ਬਹੁਤ ਜਲਦੀ ਨਹੀਂ ਹੋ ਸਕਦੇ, but it is by no means impossible। ਇਹਦਾ ਮਤਲਬ ਇਹ ਨਹੀਂ ਹੈ ਕਿ impossible ਹੈ। ਤੁਸੀਂ ਮਿਹਨਤ ਕਰੋ, ਹਾਰਡ ਵਰਕ ਕਰੋ, ਕਿਸੇ ਸਕਿੱਲ ਦੇ ਵਿੱਚ ਡਿਵੈਲਪ ਕਰੋ, definitely ਤੁਸੀਂ grow ਕਰੋਗੇ। It might take several months longer to find a job after graduating, but there is a work out there। A really key piece of advice ਦੋ ਤਰ੍ਹਾਂ ਦੇ advice ਹੁੰਦੇ ਨੇ, ਇੱਕ CE ਵਾਲਾ ਹੁੰਦਾ, ਇੱਕ SE ਵਾਲਾ ਹੁੰਦਾ। ਮੈਂ ਤੁਹਾਨੂੰ classroom ਦੇ ਵਿੱਚ ਕਰਵਾਇਆ ਹੋਇਆ C ਵਾਲਾ advice ਤੇ ਇੱਕ advice SE ਵਾਲਾ। ਇੱਕ verb ਦੀ ਤਰ੍ਹਾਂ use ਹੁੰਦਾ, ਇੱਕ noun ਦੀ ਤਰ੍ਹਾਂ। ਕਮੈਂਟ ਬਾਕਸ ਦੇ ਵਿੱਚ ਸਾਰੇ ਬੱਚੇ ਦਾ ਆਨਸਰ ਆਉਣਾ ਚਾਹੀਦਾ ਐਜ਼ ਐਡਵਾਈਸ। ਠੀਕ ਹੈ? ਕਿਹੜਾ ਆਪਾਂ ਨਾਉਨ ਲਈ यूज ਕਰਦੇ, ਕਿਹੜਾ verb। So a really key piece of advice is never to get downhearted by the rejection, because there will probably be a lot you can do to achieve your dream job। ਹੁਣ ਉਹ ਕਹਿ ਰਹੇ ਨੇ never to get downhearted, ਮਤਲਬ ਕਦੇ ਵੀ ਤੁਹਾਨੂੰ ਉਦਾਸ ਨਹੀਂ ਹੋਣਾ ਚਾਹੀਦਾ, ਨਿਰਾਸ਼ਾ ਨਹੀਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣੀ ਚਾਹੀਦੀ। ਹਮੇਸ਼ਾ ਤੁਸੀਂ ਕੀ ਰਹਿਣਾ? ਪੋਜ਼ਿਟਿਵ ਰਹਿਣਾ। ਕਦੇ ਵੀ ਲੈਟ ਅਸ ਸਪੋਜ਼ ਰਿਜੈਕਸ਼ਨ ਆ ਗਈ ਤੁਹਾਨੂੰ ਕਿ ਨਹੀਂ ਜਿਹੜੀ ਅਸੀਂ ਜੋਬ ਤੇ ਤੁਹਾਨੂੰ ਹਾਇਰ ਕਰਨਾ ਨਾ, ਤੁਹਾਡੀ ਉਹਦੀ ਸਕਿੱਲਸ ਹਲੇ ਡਿਵੈਲਪ ਨਹੀਂ ਹੋਈਆਂ, ਕੋਈ ਕਹਿ ਹੀ ਦਿੰਦੇ ਨੇ ਇੰਟਰਵਿਊ ਟਾਈਮ, ਹੈ ਨਾ, ਤੇ ਉਸ ਰਿਜੈਕਸ਼ਨ ਨੂੰ ਤੁਸੀਂ ਆਪਦੇ ਆਪ ਨੂੰ ਹਿੰਮਤ ਨਹੀਂ ਹਾਰਨੀ, ਬਿਕੋਜ਼ देयर विल प्रोबेबली बी अ लॉट यू कैन डू टू अचीव योर ड्रीम जॉब। ਇਟ ਮੀਨਸ ਤੁਹਾਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ। ਜਦੋਂ ਤੁਸੀਂ ਉਸ ਸਕਿੱਲ ਨੂੰ ਅਚੀਵ ਕਰ ਲਿਆ, ਡੈਫੀਨਿਟਲੀ ਤੁਹਾਨੂੰ ਜੋਬ ਮਿਲ ਜਾਏਗੀ, whatever it is। ਸੋ ਕੋਈ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। You must never give up। ਤੁਹਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। Be prepared to work hard and for a long hours without necessarily climbing up the career ladder। ठीक है? So kind of ਜਿਵੇਂ ਸੀੜੀ ਚੱਲਦੇ ਆ ਨਾ, step by step ਦੀ ਗੱਲ ਕਰਦੇ ਆ। There is a lot to be said for learning your trade from the bottom up। At the start there will probably be little money, बहुत घट पैसे की गल कर रहे हैं, but it will be worth it in the end। worth it का मतलब कि let us suppose मैं आज ना रेस्टोरेंट ਤੇ ਕੁਝ ਖਾਣਾ ਖਾਂਦੇ, ਠੀਕ ਹੈ, ਲਾਈਕ ਸ਼ੇਕ ਪੀਣ ਚਲੇਗੀ। ਉਸ ਸ਼ੇਕ ਦੇ ਨਾਲ ਜੇਕਰ ਮੈਨੂੰ ਲੱਗਿਆ ਕਿ ਇਹ ਤਾਂ 200 ਦਾ ਸ਼ੇਕ ਹੀ ਹੈ ਸਿੰਪਲ, ਹੈ ਨਾ, ਹਾਲਾਂਕਿ ਘਰੇ ਜੇਕਰ ਆਪਾਂ ਬਣਾਈਏ 30-40 ਦਾ ਵੀ ਬਣ ਜਾਏਗਾ, ਬਹੁਤ ਹਲੇ ਜ਼ਿਆਦਾ ਮੈਂ ਕਹਤਾ ਫਿਰ ਵੀ
ਬਾਹਰ ਜੇਕਰ ਮੈਂ ਪੀਣ ਜਾ ਰਹੀ ਹਾਂ ਤਾਂ ਮੈਨੂੰ 200 ਲੱਗਦਾ ਪਿਆ, ਜਦੋਂ ਮੈਂ 200 ਉਹਦੇ ਤੇ ਲਗਾਏ ਤੇ ਜਦੋਂ ਮੈਂ ਟੇਸਟ ਕਰਿਆ ਨਾ, ਇੰਨਾ ਯਮੀ ਡਿਲੀਸ਼ੀਅਸ, ਹਨਾ। ਸੋ ਇਟ ਮੀਨਸ ਮੇਰੇ ਉਹ ਪੈਸੇ ਕੀ ਵਰਥ ਇਟ ਨੇ, ਮਤਲਬ ਜਿੱਥੇ ਮੈਂ ਪੈਸੇ ਲਗਾਇਆ ਮੇਰਾ ਕੰਮ ਆ ਗਿਆ। ਉਸੇ ਹੀ ਤਰ੍ਹਾਂ ਕਹਿ ਰਹੇ ਨੇ ਐਟ ਦ ਸਟਾਰਟ देयर विल probably be little money, ਘੱਟ ਪੈਸੇ ਹੋ ਸਕਦੇ ਬਟ it will be worth it in the end. The best jobs are not supposed to be easy. ਜਿਹੜੀ ਵਧੀਆ ਜੋਬ ਹੈ ਜ਼ਰੂਰੀ ਨਹੀਂ ਹੈ ਕਿ ਉਹ ਈਜ਼ੀ ਹੋਏ, that is what makes them challenging. ਮਤਲਬ ਜੇ ਤੁਹਾਡੀ ਲਾਈਫ ਦੇ ਵਿੱਚ ਚੈਲੰਜ ਆ ਰਹੇ ਨੇ, ਇਟ ਮੀਨਸ ਡੈਫੀਨੇਟਲੀ ਰੱਬ ਤੁਹਾਨੂੰ ਗਰੋ ਕਰਨਾ ਚਾਹ ਰਿਹਾ। ਇੱਕ ਗੱਲ ਲਿਖ ਕੇ ਲਿਆ, ਜੇਕਰ ਤੁਹਾਡੀ ਲਾਈਫ ਬਿਲਕੁਲ ਸਿੱਧਾ ਸਿੱਧਾ ਜਾ ਰਹੀ, ਸਿੱਧਾ ਸਿੱਧਾ ਜਾ ਰਹੀ, ਇਟ ਮੀਨਸ ਤੁਸੀਂ ਸਟੇਬਲ ਹੋ, ਕਦੇ ਵੀ ਤੁਹਾਡੀ ਗਰੋ ਨਹੀਂ ਪੋਸੀਬਲ। ਲਾਈਫ ਦੇ ਵਿੱਚ ਅੱਜ ਤੁਸੀਂ ਬਹੁਤ ਖੁਸ਼ ਹੋ, ਕੱਲ ਉਦਾਸ ਵੀ ਹੋਵੋਗੇ, ਤਾਂ ਉਹ ਉਦਾਸੀ ਤੁਹਾਨੂੰ ਨਾ ਇਸ ਤੋਂ ਵੀ ਉੱਪਰ ਲੈ ਕੇ ਜਾਣੀ ਹੈ। ਪੁਆਇੰਟ ਸਮਝ ਆਇਆ? ਮੇ ਬੀ ਕੁਝ ਲੋਕ ਹੋਣਗੇ ਰਿਲੀਜੀਅਸ ਜਾਂ ਸਪਿਰਿਚੁਅਲ ਕਾਈਂਡ ਆਫ ਥਿੰਕਿੰਗ ਦੇ ਨਾਲ, ਉਹ ਮੇਰੀ ਇਸ ਗੱਲ ਨੂੰ ਪਕੜ ਪਾ ਰਹੇ ਹੋਣਗੇ, ਬਟ ਅਕੋਰਡਿੰਗ ਟੂ ਇਹਦੇ ਵੀ ਦੇਖੀਏ ਸਾਈਕੋਲੋਜੀ ਜਾਂ ਨਾਰਮਲ ਸਾਇੰਸ ਦੇ ਅਕੋਰਡਿੰਗ ਵੀ ਤੇ ਗੱਲ ਅਚੀਵ ਹੈ। ਜਦੋਂ ਵੀ ਆਪਾਂ ਰੋਲਰ ਕੋਸਟਰ ਤੇ ਜਾਂਦੇ ਹਾਂ, ਰਾਈਡ ਲੈਂਦੇ ਹਾਂ, ਜੇਕਰ ਉਹ ਅਪ ਡਾਊਨ ਕਰਦੇ ਤਾਂ ਹੀ ਆਪਾਂ ਨੂੰ ਮਜ਼ਾ, ਸਿੰਪਲ ਸਲਾਈਡ ਤੇ ਕਿੰਨੀ ਮਜ਼ਾ ਆਏਗਾ, ਠੀਕ ਹੈ। ਐਂਡ ਇਫ ਯੂ ਲਾਈਕ ਅ ਚੈਲੰਜ, ਜਸਟ ਕੀਪ ਯੂਰ ਹੈਡ ਡਾਊਨ ਐਂਡ ਗੋ ਫॉर ਇਟ, ਠੀਕ ਹੈ। ਲਾਈਕ ਆਪਾਂ ਕਹਿੰਦੇ ਕੰਫਰਟ ਜ਼ੋਨ ਇਜ਼ ਯੂਰ ਕੰਫਰਟ ਜ਼ੋਨ ਇਜ਼ ਨੈਵਰ ਕੰਫਰਟੇਬਲ। ਤੁਸੀਂ ਕਦੇ ਵੀ ਜੇਕਰ ਤੁਸੀਂ ਸੋਚੋ ਅੱਜ ਮੈਂ ਰਜਾਈ 'ਚ ਬੈਠ ਕੇ ਪੜ੍ਹਿਆ, ਮਸਤ ਮਜ਼ਾ ਆ ਰਿਹਾ ਪੜ੍ਹਨ ਤੇ, ਤਾਂ ਇਟ ਮੀਨਸ ਤੁਸੀਂ ਆਪਣੇ ਕੰਫਰਟ ਜ਼ੋਨ ਦਿਓ, ਫਿਰ ਤੁਹਾਨੂੰ ਕੁਝ ਨਹੀਂ ਸਿੱਖਣ ਨੂੰ ਮਿਲ ਰਿਹਾ। ਤੁਸੀਂ ਦਿਨ ਰਾਤ ਮਿਹਨਤ ਕਰ ਰਹੇ ਹੋ, ਤੁਹਾਨੂੰ ਤੁਹਾਡੇ ਲਈ ਹੀ ਟਾਈਮ ਨਹੀਂ ਮਿਲ ਰਿਹਾ, ਫਿਰ ਵੀ ਤੁਸੀਂ ਆਪਣੇ ਐਫਰਟਸ 100% ਕਰ ਰਹੇ ਹੋ ਕਿ ਨਹੀਂ ਨਹੀਂ ਮੈਂ ਕਰਨਾ ਕਰਨਾ ਕਰਨਾ। ਇੱਕ ਗਾਣਾ ਬਣਿਆ ਸੀ ਨਾ, ਠੋਕਰ ਠੋਕਰ ਖਾ, ਹਾਂ ਐਵੇਂ ਦਾ ਹੀ ਸੀ, ਖਾ ਕੇ ਉਠੀਏ, ਬਹੁਤ ਸੋਹਣਾ ਗਾਣਾ ਹੈ ਠੋਕਰ, ਤੁਸੀਂ ਸੁਣਿਆ ਜੀ। ਉਹਦੇ ਵਿੱਚ ਵੀ ਸਾਰਾ ਐਵੇਂ ਦਾ ਲਾਈਫ ਲੈਸਨ ਦਿੱਤਾ ਹੈ ਕਿ ਜਿੰਨੀ ਮਿਹਨਤ ਕਰਾਂਗੇ, ਜਿੰਨਾ ਆਪਾਂ ਕਾਈਂਡ ਆਫ ਕਹਿੰਦੇ ਸੀਡਸ ਪਾਵਾਂਗੇ, ਉਹਨਾਂ ਆਪਾਂ ਨੂੰ ਵਧੀਆ ਬੂਟਾ ਖਿੜ ਕੇ ਮਿਲਦਾ। ਸੋ ਇਹ ਕਾਈਂਡ ਆਫ ਜਿਹੜਾ ਪੂਰਾ ਪੈਸੇਜ ਸੀ ਤੁਹਾਡੇ ਲਈ ਵੀ ਹੈ, ਤੁਹਾਡੇ ਲਈ ਐਜ਼ ਅ ਮੋਟੀਵੇਸ਼ਨ ਹੈ। ਹਮੇਸ਼ਾ ਆਪਣੀ ਲਾਈਫ ਦੇ ਵਿੱਚ ਚੈਲੰਜ ਅਸੈਪਟ ਕਰਿਆ ਕਰੋ। ਜੇਕਰ ਕੋਈ ਚੀਜ਼ ਤੁਹਾਨੂੰ ਔਖੀ ਲੱਗਦੀ ਹੈ ਤਾਂ ਵਧੀਆ ਹੈ ਇਹਦੇ ਵਿੱਚ। ਚਲੋ ਕੁਐਸਚਨ ਕਰਦੇ ਹਾਂ। ਆਈ ਹੋਪ ਕਿ ਸਾਰੇ ਬੱਚਿਆਂ ਨੂੰ ਪੈਸੇਜ ਸਮਝ ਲੱਗ ਗਿਆ ਹੋਵੇਗਾ। Read the following sentence. Determine people succeed occasionally. Occasionally ਕੋਈ word ਆਪਾਂ use ਕਰਿਆ occasionally. Occasionally ਕੀ ਹੁੰਦਾ ਹੈ? ਹਾਂ occasionally ਇੱਕ word, ਚਲੋ ਦੇਖੋ ਤੁਸੀਂ ਦੱਸੋ। Determinal people ਮਤਲਬ ਜਿਹੜੇ ਮਿਹਨਤ ਕਰਦੇ ਨੇ, ਰੈਗੂਲਰ ਆਪਣੇ ਕੰਮ ਦੇ ਪ੍ਰਤੀ ਕੰਸਿਸਟੈਂਟ ਨੇ, ਉਹ occasionally ਆਪਣੀ ਜਿੱਤ ਪਾਉਂਦੇ ਨੇ। Few people believe that getting their dream job is a matter of luck. A majority of the people think that dream jobs are highly competitive. ਹੁਣ ਸਿੱਧਾ ਸਿੱਧਾ ਲਾਈਨ ਨਾ ਆਪਾਂ ਫਰਸਟ ਪੈਸੇਜ ਚ ਪੜ੍ਹ ਕੇ ਆਏ ਹਾਂ ਬੇਟਾ ਜੀ, ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਦਾ ਆਂਸਰ ਆਪਾਂ ਜਿੰਨਾ ਵਧੀਆ ਤਰੀਕੇ ਨਾਲ ਦੇ ਸਕਦੇ ਹਾਂ ਦੇਈਏ। ਚਲੋ ਦੇਖिए, डिटर्मिनेंट पीपल सक्सीड ओकेजनली पढ़ के आया हमने। ਇਹ ਮੈਂ ਪਤਾ ਪੈਸੇਜ ਕਿਉਂ ਪੜਾਇਆ ਸੀ, ਇਹਦੇ ਪਿੱਛੇ ਰੀਜ਼ਨ ਹੀ ਇਹ ਸੀ, ਤੁਹਾਨੂੰ ਥੋੜਾ ਜਿਹਾ ਮੋਰਲ ਲੈਸਨ ਜਾਂ ਕਾਈਂਡ ਆਫ ਮੋਟੀਵੇਸ਼ਨ ਮਿਲੇ। ਜੇ ਆਪਾਂ ਸਿਰਫ ਪੈਸੇਜ ਦੇ ਪਰਪਸ ਦੇ ਲਈ ਕਰਦੇ ਤਾਂ ਡੈਫੀਨਿਟਲੀ ਤੁਸੀਂ ਸਿਰਫ ਉਨਾ ਹੀ ਸਿੱਖ ਪਾਉਂਗੇ। ਸੋ ਦੇਖੋ ਰਾਜੇ, ਡਿਟਰਮੀਨੈਂਟ ਪੀਪਲ ਦੀ ਗੱਲ ਕਿੱਥੇ ਕੀਤੀ ਹੈ, ਇੱਥੇ ਆਪਾਂ ਪੜ੍ਹ ਕੇ ਆਏ ਸੀ, बताइए बताइए आ रहा डिटरमिनेंट पर्सन विल ऑलवेज सक्सीड। ਹੁਣ ਦੇਖੋ ਇੱਥੇ ਵਰਡ ਕੀ ਆਇਆ, always। always ਦਾ ਮਤਲਬ ਕੀ ਹੁੰਦਾ ਰਾਜੇ? ਹਮੇਸ਼ਾ। always means ਹਮੇਸ਼ਾ, ਬਟ occasionally ਜਾਂ according to occasion, ਕਦੇ ਕਦੇ, ਕਦੇ ਕਦੇ ਸਕਸੀਡ ਹੋਵੋਗੇ ਲਾਈਫ ਦੇ ਵਿੱਚ, ਮੇ ਵੀ ਸ਼ਾਇਦ ਤੁਸੀਂ ਕਰੋ। ਹੁਣ ਇੱਥੇ ਹਮੇਸ਼ਾ ਕਰ ਰਹੇ ਨੇ, ਉੱਥੇ occasionally, ਇਟ ਮੀਨਸ ਫਸਟ ਜਿਹੜਾ ਪੁਆਇੰਟ ਸੀ ਉਹਦਾ ਕੰਟਰਾਡਿਕਟ ਹੋ ਗਿਆ, ਗਲਤ ਹੋ। ਸੈਕੰਡ ਗੇਮ ਦੀ ਗੱਲ ਕੀਤੀ ਸੀ ਪੈਸੇ ਕੁਐਸਚਨ ਦੇ ਵਿੱਚ, ਇੱਥੇ occasionally ਸੀ, ਉੱਥੇ always। B option देखो, few people believes that getting their dream job is a matter of luck. कुछ लोग ये सोचते ने कि dream job लेना kind of luck matter ਦੀ ਗੱਲ ਕੀਤੀ ਗਈ ਹੈ। A majority of people think that there is a dream job is too hard to achieve, too competitive, and believe that they, हम देखो आप सारी लाइन लिखी हुई है, believe that it is a all matter of luck। सारी लाइन लिखी है, no doubt, but ਇੱਥੇ majority ਲਿਖਿਆ ਹੈ। few ਕੀ ਹੁੰਦੇ ਨੇ ਰਾਜੀ? ਥੋੜਾ। few ਕੀ ਹੁੰਦਾ ਹੈ? ਥੋੜਾ। but majority ਜ਼ਿਆਦਾ। ਹੁਣ ਇੱਥੇ ਵੀ ਕੰਟਰਾਡਿਕਟ ਗੱਲ ਕਰ ਦਿੱਤੀ, ਸੋ A option ਵੀ ਗਲਤ ਹੋਗੀ, B option ਵੀ ਗਲਤ ਹੋਗੀ। A majority of the people think that dream job is highly competitive। A majority ਤਾਂ ਆਪਾਂ word ਪੜ੍ਹ ਕੇ ਆਏ, it means C option ਸਹੀ ਹੈ। ਹੁਣ point clear ਹੋ ਗਿਆ ਰਾਜੇ, ਆਪਾਂ ਕਿਵੇਂ ਇੱਕ word ਦੇ ਨਾਲ ਸਾਰੇ question ਦੀ sense ਚਲੀ ਜਾਂਦੀ ਹੈ। occasionally ਇੱਥੇ ਨਹੀਂ ਆਏਗਾ, ਕੀ word ਆਉਣਾ ਚਾਹੀਦਾ ਸੀ? always। ਜੇ always ਆਉਂਦਾ ਫਿਰ ਆਪਾਂ ਸਹੀ ਲਗਾਉਣਾ ਸੀ। ਇੱਥੇ few people ਆ ਗਿਆ, but ਆਪਾਂ ਨੂੰ ਪਤਾ ਜੇਕਰ majority people ਆਇਆ ਹੁੰਦਾ ਫਿਰ ਆਪਾਂ answer ਸਹੀ ਲਗਾਉਣਾ ਸੀ। ਤੇ B option ਵੀ ਗਲਤ, ਸੋ C ਸਿਰਫ correct ਹੈ। C is
आ रहा सी इज करेक्ट, ऐसे सी इज अनकरेक्ट है, इनकरेक्ट, आ भी गलत, सो बी विल बी राइट आंसर। ओके डन, चलो नेक्स्ट क्वेश्चन पे मूव करते हैं। ਸਾਰੀ ਗੱਲ ਤੁਹਾਡੀ ਨਾ ਅੰਡਰਸਟੈਂਡਿੰਗ ਬੇਸ ਹੈ, ਫੋਕਸ ਬੇਸਡ ਹੈ। ਪੇਪਰ ਦੇ ਵਿੱਚ ਜੇਕਰ ਤੁਹਾਡਾ ਮਾਈਂਡ ਸਟੇਬਲ ਹੈ, ਤੁਸੀਂ ਕਰੋ, ਆਪਣੇ ਪੇਰੈਂਟਸ ਨਾਲ ਲੜ ਕੇ ਨਹੀਂ ਗਏ, ਗਲੀ ਗਵਾਂਢ ਨਾਲ ਨਹੀਂ ਲੜੇ, ਕਿਸੇ ਵੀ ਆਪਣੇ ਪਰਸਨ ਦੇ ਨਾਲ ਨਹੀਂ ਲੜ ਕੇ ਗਏ, ਬਹੁਤ ਵਧੀਆ ਵਿਸ਼ੇਸ ਦੇ ਨਾਲ ਜਾ ਰਹੇ ਹੋ, ਸਭ ਕੁਝ ਪੋਜ਼ਿਟਿਵ ਪੋਜ਼ਿਟਿਵ ਹੋ ਰਿਹਾ, ਤੁਹਾਡੇ ਅੰਦਰੋਂ ਵੀ ਪੋਜ਼ਿਟਿਵ ਅਫਰਮੇਸ਼ਨ ਆ ਰਹੀਆਂ ਨੇ ਕਿ ਹਾਂ ਅੱਜ ਮੇਰਾ ਪੇਪਰ ਕਲੀਅਰ ਹੋ ਜਾਏਗਾ, ਡੈਫੀਨੇਟਲੀ ਤੁਸੀਂ ਫੋਕਸਡ ਹੋਵੋਗੇ, ਕੰਸੰਟਰੇਸ਼ਨ ਤੁਹਾਡਾ ਲੈਵਲ ਹਾਈ ਹੋਏਗਾ, ਪੀਕ ਲੈਵਲ ਤੇ ਹੋਏਗਾ। ਬਟ ਓਵਰ ਕੌਨਫੀਡੈਂਸ ਨਹੀਂ ਹੋਣਾ, ਇੰਨਾ ਈਜ਼ੀ ਹੈ ਤਾਂ ਮੈਨੂੰ ਆਉਂਦਾ ਹੈ, ਓਵਰ ਕੌਨਫੀਡੈਂਸ ਮਾਰਦਾ ਬੱਚੇ को। ठीक है फर्स्ट क्वेश्चन ਐਵੇਂ ਸੀ ਐਵੇਂ। ਹੁਣ ਤੁਸੀਂ ਮੰਨੋ ਕਿ ਜਦੋਂ ਮੈਂ ਆਪਣਾ ਪੇਪਰ ਦਿੱਤਾ ਸੀ, ਨੋ ਡਾਊਟ ਇੱਕ ਵਾਰੀ ਆਂਦਾ ਐਜ਼ ਅ ਸਟੂਡੈਂਟ ਮੇਰੇ ਮਨ 'ਚ ਵੀ ਆਇਆ ਸੀ, ਹਾਂ ਇੰਨਾ ਈਜ਼ੀ ਪੇਪਰ, ਈਜ਼ੀ ਕਿਉਂ ਲੱਗਿਆ ਕਿਉਂਕਿ ਮੇਰੇ ਟੀਚਰ ਨੇ ਮੈਨੂੰ ਪੜ੍ਹਾਇਆ ਬਹੁਤ ਵਧੀਆ ਤਰੀਕੇ ਨਾਲ ਸੀ। ਠੀਕ ਹੈ, ਜਦੋਂ ਤੁਸੀਂ ਪੜ੍ਹ ਕੇ ਜਾਂਦੇ ਹੋ ਪਹਿਲਾ ਕੌਨਫੀਡੈਂਸ ਤੁਹਾਨੂੰ ਆਉਂਦਾ ਹੈ ਕਿ ਅਸੀਂ ਬਾਕੀ ਬੱਚਿਆਂ ਨੂੰ ਐਟਲੀਸਟ ਜ਼ਿਆਦਾ ਹੀ ਪੜ੍ਹ ਕੇ ਆਏ ਹਾਂ। ਸੈਕਿੰਡ, ਕਦੇ ਵੀ ਇਹ ਨਹੀਂ ਸਮਝ ਕਰਨਾ ਕਿ ਹਾਏ ਆ ਵੀ ਆ ਗਿਆ, ਆ ਵੀ ਆ ਗਿਆ, ਇੰਨੇ ਕੁਐਸਚਨ ਤਾਂ ਮੇਰੇ ਸਹੀ ਨੇ, ਮੇਰਾ ਪੇਪਰ ਕਲੀਅਰ ਹੈ। ਉਸ ਟਾਈਮ ਤੇ ਕਦੇ ਨਹੀਂ ਖੁਸ਼ ਹੋਣਾ, ਕਦੇ ਨਹੀਂ ਖੁਸ਼ ਹੋਣਾ। ਤੁਸੀਂ ਇਹ ਕਹੋ ਮੈਂ ਫਸਟ ਕੁਐਸਚਨ ਪੜ੍ਹਿਆ, ਮੈਨੂੰ ਆ ਐਕੂਰੇਟ ਆਂਸਰ ਲੱਗਦਾ ਪਿਆ, ਠੀਕ ਹੈ, ਹੁਣ ਮੈਂ ਸੈਕਿੰਡ ਪੜਾਂਗੀ, ਐਸੇ ਹੀ ਵੀ ਇਹਦੇ ਨਾਲ ਪੜਾਂਗਾ, ਆਹ ਕੁਐਸਚਨ ਮੇਰਾ ਸਹੀ ਹੈ। ਨੋ ਡਾਊਟ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਦੇਣਾ ਹੈ, ਤਾਂ ਹੀ ਪੇਪਰ ਦੇ ਵਿੱਚ ਆ ਚੀਜ਼ਾਂ ਮੈਟਰ ਕਰਦੀਆਂ ਨੇ। ਓਵਰ ਕੌਨਫੀਡੈਂਸ ਦੇ ਨਾਲ ਬੱਚੇ ਬੜੀ ਚੀਜ਼ਾਂ ਗਲਤ ਕਰਦੇ ਨੇ। ਜਿਵੇਂ ਇਹ ਆਪਸ਼ਨ ਦੀ ਜਗ੍ਹਾ ਤੇ ਆਹ ਤਾਂ ਸਿੱਧੀ ਸਿੱਧੀ ਲਾਈਨ ਪਈ ਸੀ ਕਿ ਹਾਂ ਲੱਕ ਦੀ ਗੱਲ ਤਾਂ ਸਿੱਧੀ ਸਿੱਧੀ ਕੀਤੀ ਸੀ, ਬਟ ਉੱਥੇ ਫਿਊ ਆ ਗਿਆ, ਉੱਥੇ ਮਾਰ ਖਾ ਜਾਂਦੇ। ਪੁਆਇੰਟ ਕਲੀਅਰ ਹੋਇਆ ਬੇਟਾ ਜੀ? ਚਲੋ ਕੁਐਸਚਨ ਨੰਬਰ ਸੈਕਿੰਡ, ਵਾਈ ਇਜ਼ ਨॉट ਈਜ਼ੀ ਟੂ ਪ੍ਰਿਡਿਕਟ ਦ ਨੀਡਸ ਆਫ ਸੋਸਾਇਟੀ। ਨੋਟ, ਕਿਉਂ ਨਹੀਂ ਈਜ਼ੀ ਹੈਗਾ? job seekers don't take appropriate career decision, ਤਾਂ ਕਰਕੇ employers only seek graduates who are knowledgeable। ਹੁਣ ਇੱਥੇ only negative ਨੂੰ ਨਹੀਂ show ਕਰਨਾ, ਆਰਾਮ ਨਾਲ ਆਪਾਂ according to sense ਲਗਾਉਣਾ ਹੈ। The needs of the employers and the economy are changing at the fast pace because there is a lack of dentists in the society। why is it not easy to predict the needs of society? ਆਪਾਂ ਕਿਉਂ ਨਹੀਂ predict ਕਰ ਸਕਦੇ? ਕਿਉਂ? ਕਿਉਂਕਿ the needs of the employers and the economy are changing at the fast pace। fast pace ਮਤਲਬ ਜਿਵੇਂ ਹੁਣ ਕੱਲ ਦੇਖੋ, ਨਾਰਮਲ ਗੱਲ ਹੈ, ਕੱਲ ਜਿਹੜਾ ਸੋਨੇ ਦਾ ਰੇਟ ਸੀ ਨਾ ਇੰਨਾ ਹਾਈ ਸੀ, ਕੱਲ 31,000 ਸੋਨਾ ਦਾ ਰੇਟ ਕੀ ਗਿਰ ਗਿਆ, ਮਤਲਬ ਚੇਂਜਿੰਗ ਬੜੀ ਫਾਸਟ ਪੇਸ ਤੇ ਆਉਂਦੀ ਹੈ। ਇੱਕ ਰਾਤ ਪਹਿਲਾਂ ਸੋਨੇ ਦਾ ਜਿਹੜਾ ਪ੍ਰਾਈਸ ਇੰਨਾ ਜ਼ਿਆਦਾ ਸੀ, ਅਗਲੀ ਰਾਤ ਕੀ ਸੋਨੇ ਦਾ ਪ੍ਰਾਈਸ ਹੀ ਗਿਰ ਗਿਆ। ਉਹ ਵੀ ਕਹਿ ਰਹੇ ਨੇ the needs of the employers and the economy are changing at a fast pace, ਇੰਨੀ fast pace ਦੇ ਨਾਲ। so here C will be right answer। ਠੀਕ ਹੈ, ਨੋਟ ਈਜ਼ੀ ਹੈ। ਇੱਥੇ ਹੁਣ ਨਾ ਕੁਐਸਚਨ ਥੋੜਾ ਧਿਆਨ ਨਾਲ ਸਮਝੋ, ਕਾਫੀ ਸਾਰੇ ਬੱਚੇ ਇਹ ਸਮਝਦੇ ਨੇ ਮੈਮ ਨੋਟ ਪੁੱਛਿਆ ਸੀ ਤੁਸੀਂ ਆਨਸਰ ਨਾਲ ਲਗਾਏ। ਕੁਐਸਚਨ ਇਹ ਕਹਿ ਰਹੇ ਨੇ ਵਾਈ ਇਜ਼ ਇਟ ਨਾਟ ਈਜ਼ੀ ਟੂ ਪ੍ਰਿਡਿਕਟ ਦ ਨੀਡਸ ਆਫ ਸੋਸਾਇਟੀ। ਕਿਉਂ ਨਹੀਂ ਆਪਾਂ ਪ੍ਰਿਡਿਕਟ ਕਰ ਸਕਦੇ, ਅਨੁਮਾਨ ਕਿਉਂ ਨਹੀਂ ਲਗਾ ਸਕਦੇ? ਕਿਉਂ? ਕਿਉਂਕਿ ਫਾਸਟ ਪੇਸ ਦੇ ਨਾਲ ਇਹ ਚੇਂਜਸ ਪੋਸੀਬਲ ਹੁੰਦੇ ਹਨ। ਕਲੀਅਰ ਹੈ ਬੇਟਾ ਜੀ ਸਾਰਿਆਂ ਨੂੰ? ਮੈਂ ਫਿਰ ਤੋਂ ਕਹਿ ਰਹੀ ਹਾਂ, ਜਿਨ੍ਹਾਂ ਨੇ ਡੇਲੀ ਮੇਰੀ ਕਲਾਸਿਸ ਲਗਾ ਰਹੀਆਂ, ਅੰਡਰਸਟੈਂਡਿੰਗ ਹੋਣ ਲੱਗ ਪਈ, ਖੁਦ ਕੁਐਸਚਨ ਸੋਲਵ ਕਰਨ ਲੱਗ ਪਏ। ਮੈਂ ਆਦੇ ਆਪ ਤੇ ਮਾਨ ਕਰਕੇ ਨਹੀਂ ਕਹਿ ਰਹੀ, ਮੈਂ ਜਸਟ ਇੱਕ ਪ੍ਰੈਕਟਿਸ ਕਰਵਾ ਰਹੀ ਹਾਂ। ਮੈਂ ਤੁਹਾਡਾ ਇੱਕ ਹੈਲਪਿੰਗ ਹੈਂਡ ਬਣ ਰਹੀ ਹਾਂ ਰਾਜੇ, ਬਾਕੀ ਸਾਰੀ ਐਫਰਟ ਸਾਰੀ ਮਿਹਨਤ ਤੁਹਾਡੀ ਹੈ, ਬਟ ਡੈਫੀਨੇਟਲੀ ਤੁਸੀਂ ਕੁਝ ਸਿੱਖ ਕੇ ਜਾਓ। ਠੀਕ ਹੈ, ਚਲੋ ਕੁਐਸਚਨ ਨੰਬਰ ਥਰਡ, ਅ ਜੌਬ ਸੀਕਰ ਹੂ ਲਾਈਕਸ ਚੈਲੰਜਸ ਸ਼ੁੱਡ ਕੀਪ ਹਿਸ ਹੈਡ ਡਾਊਨ। ਆ ਲਾਸਟ ਲਾਈਨ ਪੜ੍ਹ ਗਏ ਸੀ, ਬਿਲਕੁਲ ਲਾਸਟ ਲਾਈਨ ਤੇ। ਦਿਸ ਮੀਨਸ ਹੀ ਸ਼ੁੱਡ walk away in anger, ਗੁੱਸੇ ਦੇ ਨਾਲ ਬਾਹਰ ਚਲਾ ਜਾਏ, bow down his head। ਠੀਕ ਹੈ, avoid troublesome situation। troubles ਹੁੰਦੀਆਂ ਨੇ ਪ੍ਰੋਬਲਮ, troubles ਕੀ ਹੁੰਦੀਆਂ ਨੇ? kind of problems, ਜਾਂ ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, hindrance, ਰੁਕਾਵਟਾਂ। comfort challenging situation, comfort ਹੁੰਦਾ ਹੈ ਬਹੁਤ ਵਧੀਆ, positive comfort। ਹੁਣੇ ਮੈਂ ਤੁਹਾਨੂੰ ਕਿਹਾ ਸੀ ਨਾ, ਕਦੇ ਵੀ ਤੁਹਾਡੀ ਲਾਈਫ 'ਚ ਚੈਲੰਜ ਆਉਣ, ਤੁਸੀਂ ਕਦੇ ਵੀ ਹਿੰਮਤ ਨਹੀਂ ਹਾਰਨੀ। ਚੈਲੰਜ ਆਉਣਗੇ, ਇਟ ਮੀਨਸ ਤੁਸੀਂ ਹਮੇਸ਼ਾ ਕੀ ਕਰੋਗੇ? ਗਰੋ। ਸੋ ਦੱਸੋ ਰਾਜੇ, a job seeker who likes challenges should keep his head down। This means he should comfort challenging situation। ਆਪਦੇ ਆਪ ਨੂੰ ਉਸ ਚੈਲੰਜਿੰਗ ਸਿਚੁਏਸ਼ਨ ਦੇ ਵਿੱਚ ਕੰਫਰਟ ਲੱਭਣਾ ਕਿ ਕੋਈ ਗੱਲ ਨਹੀਂ, ਨੋ ਡਾਊਟ ਮੇਰੀ ਲਾਈਫ ਦੇ ਵਿੱਚ ਐਵੇਂ ਦਾ ਪ੍ਰੋਬਲਮ ਆਈ ਹੈ, ਸਿਚੁਏਸ਼ਨ ਆਈ ਹੈ, ਮੈਂ ਡੀਲ ਕਰਾਂ, ਫਿਰ ਕੀ? ਠੀਕ ਹੈ ਰਾਜੇ, ਸੋ ਕਾਈਂਡ ਆਫ ਮੈਂਟੈਲਿਟੀ। ਤੁਸੀਂ ਫਿਰ ਵੀ ਸਾਰਾ ਪੈਸੇ ਦੁਬਾਰਾ ਆਰਾਮ ਨਾਲ ਪੜ੍ਹ ਕੇ ਦੇਖ ਲੈਣਾ, ਮੈਨੂੰ ਜਿੰਨੀ ਕੁ ਅੰਡਰਸਟੈਂਡਿੰਗ ਹੋਈ ਮੈਨੂੰ ਐਗਜ਼ੈਕਟ ਆਂਸਰ ਇਹੀ ਲੱਗਿਆ। ਠੀਕ ਹੈ ਰਾਜੇ, ਜਿੰਨਾ ਬੱਚਿਆਂ ਨੇ ਸੋਸ਼ਲ ਮੀਡੀਆ ਜੁਆਇਨ ਨਹੀਂ ਕਰਨਾ ਕਰਿਆ, ਕਰ ਲੈਣਾ। ਠੀਕ ਹੈ, ਚਲੋ ਕੁਐਸਚਨ ਨੰਬਰ 4। ਮੈਨੂੰ ਇਹ ਹੁੰਦਾ ਜਦੋਂ ਆਪਾਂ ਪੜ੍ਹਾ ਰਹੇ ਹਾਂ ਨਾ, ਉਹ ਲਿੰਕ ਨਹੀਂ ਟੁੱਟਣਾ ਚਾਹੀਦਾ, ਤਾਂ ਥੋੜਾ ਜਲਦੀ ਜਲਦੀ ਦੱਸ ਸਕਦੇ ਹਾਂ, ਬਾਕੀ ਲਾਸਟ ਦੱਸ ਦੇਣ ਕੋਈ ਗੱਲ। What advice does the writer not give employment seekers in para 3? ਕਿਹੜੀ ਐਡਵਾਈਸ ਦੀ ਗੱਲ ਨਹੀਂ ਕੀਤੀ? para 3 ਆਪਾਂ ਨੈਕਸਟ ਪੇਜ 'ਚ ਪੜ੍ਹੇ ਸੀ। To be dejected by rejection। ਹੁਣ
ਇੱਕ ਗੱਲ ਥੋੜਾ ਧਿਆਨ ਨਾਲ ਬੇਟਾ ਜੀ, ਮੈਂ ਨਾ ਵਾਰੀ-ਵਾਰੀ ਕਿਉਂ ਕਹਿ ਰਹੀ ਹਾਂ, ਕਿਉਂਕਿ ਇੱਥੇ ਬੱਚਾ ਪਤਾ ਕੀ ਪੜ੍ਹਦਾ, ਨੋਟ ਆ ਗਏ ਮੈਮ, ਇਹਨਾਂ 4 ਆਪਸ਼ਨ ਦੇ ਵਿੱਚੋਂ ਆਪਾਂ ਇਹ ਲੱਭਣਾ ਕਿਹੜੀ ਗੱਲ ਨਹੀਂ ਕੀਤੀ ਗਈ। ਬਟ ਕੁਐਸਚਨ ਕੀ ਕਹਿ ਰਿਹਾ ਹੈ, what advice does the writer not give employment seekers in para 3, ਮਤਲਬ ਕਿਹੜੀ ਤਰ੍ਹਾਂ ਦੀ ਐਡਵਾਈਸ ਦੀ ਗੱਲ ਨਹੀਂ ਕੀਤੀ। ਸੋ ਥੋੜਾ ਧਿਆਨ ਨਾਲ, to be dejected by rejection, to be prepared for a long hours of work, ਮਤਲਬ ਜੇਕਰ ਤੁਹਾਨੂੰ ਲੈਟ ਅਸ ਸਪੋਜ਼, ਜਿਵੇਂ ਅਸੀਂ ਪਹਿਲਾਂ, ਮੈਂ ਆਪਣੀ ਐਗਜ਼ਾਮਪਲ ਦਿੰਦੀ ਹਾਂ, ਮੈਂ ਪਹਿਲਾਂ ਮਾਰਨਿੰਗ ਸੈਸ਼ਨ ਸਿਰਫ ਲਗਾਉਂਦੇ ਸੀ, ਜਦੋਂ ਦਾ ਪੀਐਸ ਸਟੇਟ ਅਨਾਉਂਸ ਹੋਇਆ ਮੈਂ ਤਾਂ ਇਵਨਿੰਗ ਸੈਸ਼ਨ ਵੀ ਲਗਾਉਣ ਲੱਗ ਪਈ। ਉਵੇਂ ਟੂ ਬੀ ਪ੍ਰੀਪੇਅਰਡ ਫॉर द ਲੌਂਗ ਆਵਰਸ ਟੂ ਵਰਕ, ਟੂ ਨੈਵਰ ਗਿਵ ਅਪ ਦ ਸਰਚ ਫॉर ਅ ਡ੍ਰੀਮ ਜੌਬ, ਕਦੇ ਵੀ ਹਿੰਮਤ ਨਾ ਹਾਰੋ। ਜੇਕਰ ਤੁਹਾਨੂੰ ਗਵਰਨਮੈਂਟ ਨਹੀਂ ਮਿਲ ਰਹੀ ਤਾਂ ਪ੍ਰਾਈਵੇਟ ਪ੍ਰੈਫਰ ਕਰੋ। ਟੂ ਬੀ ਪੇਸ਼ੈਂਟ ਇਨ ਦ ਸਰਚ ਆਫ ਜੌਬ, ਪੇਸ਼ੈਂਟ ਮਤਲਬ ਤੁਹਾਨੂੰ ਧੈर्य ਰੱਖਣਾ ਪੜੇਗਾ। ਸੋ ਹੇਅਰ ਅਕੋਰਡਿੰਗ ਟੂ ਦਿਸ ਆ ਵੀ ਠੀਕ ਹੈ, ਆ ਵੀ ਠੀਕ ਹੈ, ਬਟ ਇੱਥੇ ਇਹ ਜਿਹੜੀ ਹੈ ਆਪਸ਼ਨ ਐਗਜ਼ੈਕਟ ਆਏਗੀ। ਉਹਨਾਂ ਲਿਖਿਆ ਟੂ ਬੀ ਡਿਜੈਕਟਿਡ ਬਾਈ ਰਿਜੈਕਸ਼ਨ, ਡਿਜੈਕਟਿਡ ਮਤਲਬ ਤੁਸੀਂ ਹਿੰਮਤ ਹਾਰ ਜਾਓ। ਜੇਕਰ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ, ਮੈਂ ਨਹੀਂ ਕਹਿ ਰਹੀ, ਚਲੋ ਇੱਕ ਐਗਜ਼ਾਮਪਲ ਦੇ ਤੌਰ ਤੇ ਫੈਂਡ ਨਾ ਮੈਂ ਅਜੇ ਨਾਰਮਲ ਕਹਿ ਰਹੀ ਹਾਂ। ਜੇਕਰ ਮੈਂ ਕਹਿ ਰਹੀ ਹਾਂ ਜੇ ਤੁਸੀਂ ਨਹੀਂ ਪੜੋਗੇ ਨਾ ਪੇਪਰ ਨਹੀਂ ਕਲੀਅਰ ਹੋਣਾ, ਠੀਕ ਹੈ, ਪੇਪਰ ਨਹੀਂ ਕਲੀਅਰ ਹੋਣਾ, ਮੇਰੇ ਕੋਲ ਲਿਖ ਕੇ ਲੈ ਲਓ ਜੇ ਨਹੀਂ ਪੜੋਗੇ ਤਾਂ ਇਟ ਮੀਨਸ ਤੁਸੀਂ ਉੱਥੇ ਹਿੰਮਤ ਹਾਰ ਰਹੇ ਹੋ। ਹਿੰਮਤ ਨਹੀਂ ਹਾਰਨਾ, ਜੋ ਮਰਜ਼ੀ ਹੋ ਜਾਏ ਤੁਹਾਨੂੰ, ਚਾਹੇ ਰਿਜੈਕਸ਼ਨ ਮਿਲ ਰਹੀ ਹੈ, ਚਾਹੇ ਮੈਂ ਕਹਿ ਰਹੀ ਹਾਂ, ਤੁਸੀਂ ਕਦੇ ਵੀ ਆਪਣੀ ਲਾਈਫ 'ਚ ਹਿੰਮਤ ਨਹੀਂ ਹਾਰ। So question number 5. Identify the underlined words part of speech in the following sentence. Underlined word एक तो है majority. A majority of people think that their dream job is too hard. एक है hard to achieve. Majority मतलब majority बेटा जी, majority मतलब maximum लोग, है ना, kind of naming word ही है, naming word. So naming word ਦੇ ਲਈ ਆਪਾਂ ਕੀ ਲਗਾਉਂਦੇ ਹਾਂ, noun. Hard कोई भी चीज औखी है, kind of adjective, विशेषता दसनी है। A majority of people think that their dream job is too hard to achieve. So noun and adjective. Here A will be right answer. ठीक है जी, क्वेश्चन नंबर 5 का आंसर क्या आ गया। क्वेश्चन नंबर 6, job seekers feel limited by the choices they made or at college, मतलब college ਦੇ ਵਿੱਚ ਉਹਨਾਂ ਨੇ ਸਿਰਫ limited choices ਦਿੱਤੀਆਂ ਹੁੰਦੀਆਂ ਨੇ। ਲਾਈਕ ਜਿਵੇਂ ਆਪਾਂ ਨੂੰ 4 ਆਪਸ਼ਨਸ ਹੁੰਦੀਆਂ ਨੇ ਨਾ, ਕਮਰਸ, ਇੰਟਰ ਆਰਟਸ, ਸਿੰਪਲ ਆਰਟਸ ਜਾਂ ਫਿਰ ਸਾਇੰਸ, मतलब with the bio or without bio, medical or non-medical. Job seekers feel limited by the choices they made at college. The underlying phrase means. I think देखना पे एक सेकंड वेट करना ना जी। Underlying word केड़ा सी? Let me check. Feel limited by. Feel limited by. And also to feel dejected, to feel constrained, to feel limitless या फिर to feel confused. बताइए जी, बताइए। लिमिटेड मतलब मेरी एक गल सुनो, एक ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ 100 ਦੇ ਵਿੱਚੋਂ ਕੋਈ, ਚਲੋ 100 ਦੀਆਂ 100 ਚੀਜ਼ਾਂ ਦੇ ਵਿੱਚੋਂ ਤੁਸੀਂ ਕੋਈ ਚੀਜ਼ ਸਿਲੈਕਟ ਕਰ ਲਓ, ਕੋਈ ਨਹੀਂ, ਇੱਕ ਇੱਕ ਸਾਰਿਆਂ 'ਚ ਡਿਵਾਈਡ ਹੋ। ਇੱਕ ਮੈਂ ਕਹਿ ਰਹੀ ਹਾਂ ਦੋ ਚੀਜ਼ਾਂ ਦੇ ਵਿੱਚੋਂ ਸਿਰਫ ਕੋਈ ਇੱਕ ਹੀ ਚੀਜ਼ ਡਿਸਾਈਡ ਕਰਨੀ ਹੈ। ਲਾਈਕ ਮੈਂ ਕਹਿ ਰਹਾ ਸਿਰਫ ਸੀਟੈਟ ਜਾਂ ਪੀਐਸਟੈਟ ਦੇ ਵਿੱਚ ਕੋਈ ਇੱਕ ਚੋਇਸ ਹੈ, मतलब कम लिमिटेड दे ਦਿੱਤਾ। सो फील लिमिटेड बाय टू फील कंस्ट्रेंट। कंस्ट्रेंट ਦਾ ਮਤਲਬ ਕੀ ਹੁੰਦਾ, ਆਪਣੇ ਆਪ ਨੂੰ ਨਾ ਕਾਈਂਡ ਆਫ ਜੇਲ ਨਹੀਂ ਹੁੰਦੀ, ਜਿਵੇਂ ਆਦੇ ਆਪ ਨੂੰ ਜੇਲ੍ਹ 'ਚ ਆਪਾਂ ਮਹਿਸੂਸ ਕਰਦੇ ਹਾਂ ਕਿ ਆਏ ਮੈਨੂੰ ਕਿਸੇ ਨੇ ਫੜ ਕੇ ਰੱਖਿਆ ਹੈ। ਲਿਮਿਟਿਡ ਫੀਲ ਕਰਨਾ ਕਿ ਮੈਨੂੰ ਸਿਰਫ ਇਹੀ ਆਪਸ਼ਨ ਮਿਲੀ ਹੋਈ ਹੈ, ਮੈਂ ਇਹਨਾਂ 'ਚ ਹੀ ਸਿਲੈਕਟ ਕਰਨਾ, ਮੈਨੂੰ ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ। ਕਲੀਅਰ ਹੈ। ਜਿਵੇਂ ਘਰੇ, ਘਰ ਦੀ ਐਗਜ਼ਾਮਪਲ ਲੈਂਦੇ ਬੈਸਟ ਹੈ। ਘਰੇ ਆਪਣੇ ਕੋਲ ਆਪਸ਼ਨ ਹੈ ਦਾਲ, ਕਹਿੰਦਾ ਦਾਲ ਖਾ ਲਓ ਜਾਂ ਪਨੀਰ ਖਾ ਲਓ, ਬਟ ਆਪਣਾ ਮਨ ਕੀ ਕਰਦਾ ਬਾਹਰ ਦਾ ਖਾਣ ਦਾ। ਜੇਕਰ ਘਰੇ ਮੰਮੀ ਹੈ ਫਿਰ ਤਾਂ ਉਹਨਾਂ ਨੇ ਆਪਾਂ ਨੂੰ ਬਾਹਰ ਦਾ ਨਹੀਂ ਖਾਣ ਦੇਣਾ, ਠੀਕ ਹੈ, ਫਿਰ ਤਾਂ ਆਪਣੇ ਇਹਨਾਂ ਦੋਨਾਂ 'ਚ ਆਪਸ਼ਨ ਹੈ, ਫਿਰ ਤਾਂ ਆਪਾਂ ਡੈਫੀਨੇਟਲੀ ਪ੍ਰੈਫਰ ਕਰਾਂਗੇ ਪਨੀਰ ਖਾਣਾ, ਦਾਲ ਕੌਣ ਡੇਲੀ ਡੇਲੀ ਖਾਂਦਾ, ਠੀਕ ਹੈ। ਬਟ ਜੇਕਰ ਮੰਮੀ ਨਹੀਂ ਹੈ ਫਿਰ ਆਪਣੇ ਕੋਲ ਲਿਮਿਟਡ ਆਪਸ਼ਨਸ ਹੈ, ਆਪਾਂ ਕੁਝ ਵੀ ਮੰਗਾ ਕੇ ਖਾ ਸਕਦੇ। पॉइंट क्लियर होया। सो काइंड ऑफ टू फील कंस्ट्रेंट मतलब बंधा हुआ महसूस करना, और काइंड ऑफ लिमिटेड फील करना, एक ही जगह ते मेन इंपोर्टेंस दो चीज़ों में एक चीज सिलेक्ट करना, ठीक है। लिमिटेड ਉਹੀ ਹੈ ਜਿਵੇਂ ਉਹਨਾਂ ਨੇ ਕਿਹਾ ਸੀ ਜੌਬ ਸੀਕਰ ਇਸ ਕਾਲਜ ਵਾਸਤੇ ਲਿਮਿਟਡ ਆਪਸ਼ਨ ਸੀ। ਲਿਮਿਟਡ ਦਾ ਮਤਲਬ ਜਾਂ ਤਾਂ ਤੁਸੀਂ ਸਾਇੰਸ ਲਓ ਜਾਂ ਫਿਰ ਤੁਸੀਂ ਉਹਦੇ ਵਿੱਚ ਕਮਰਸ ਲਓ ਜਾਂ ਫਿਰ ਤੁਸੀਂ ਸਿੰਪਲ ਆਰਟਸ ਲਓ, ਤਿੰਨ ਆਪਸ਼ਨ ਸੀ ਉਹਨਾਂ ਤਿੰਨਾਂ ਵਿੱਚੋਂ ਹੀ। ਲੈਟ ਅਸ ਸਪੋਜ਼ ਕਿਸੇ ਨੇ ਕੋਈ ਹੋਰ ਸਕਿੱਲ ਇੰਪਰੂਵ ਕਰਨੀ ਹੈ ਲਾਈਕ ਏਆਈ ਵਗੈਰਾ, ਉਹ ਆਪਸ਼ਨ ਹੀ ਨਹੀਂ ਹੁੰਦੀ ਸੀ, ਠੀਕ ਹੈ। ਕਲੀਅਰ ਹੈ ਜੀ ਬੇਟਾ ਜੀ। ਸੋ ਸਕੈਨ ਕਰ ਲੈਣਾ ਰਾਜੇ, ਜੇਕਰ ਤੁਸੀਂ ਬੁੱਕ ਨੂੰ ਲਾਈਫ ਟਾਈਮ ਲਈ ਡਾਊਨਲੋਡ ਕਰਨਾ ਚਾਹੁੰਦੇ ਹੋ
ਜਿਨ੍ਹਾਂ ਬੱਚੇ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜੁਆਇਨ ਨਹੀਂ ਕਰਿਆ ਵਿਦ ਦਾ ਹੈਲਪ ਆਫ QR ਕੋਡ ਤੁਸੀਂ ਇਹਨਾਂ ਨੂੰ ਵੀ ਜੁਆਇਨ ਕਰ ਲੈਣਾ। ਫਿਰ ਇਜ਼ ਯੋਰ ਆਨਸਰ ਕੀ। ਸੋ ਅੱਜ ਦਾ ਸੈਸ਼ਨ ਆਪਾਂ ਇੱਥੇ ਵਾਈਂਡ ਅਪ ਕਰਦੇ ਹਾਂ। ਆਈ ਹੋਪ ਯੂ ਲਾਈਕ ਦਾ ਸੈਸ਼ਨ। ਜੇ ਲਾਈਕ ਨਾ ਵੀ ਕੀਤਾ ਹੋਏ ਤੁਹਾਨੂੰ ਪੜ੍ਹਨਾ ਤਾਂ ਪਏਗਾ, ਬਟ ਹਾਂ ਇੰਨੀ ਮੈਂ ਜ਼ਰੂਰ ਸ਼ੋਰਿਟੀ ਦਵਾਉਂਦੀ ਹਾਂ ਜਿਹੜੇ ਤੁਹਾਡੇ ਇੰਗਲਿਸ਼ 'ਚ ਡਰ ਸੀ ਹੁਣ ਡੇ ਬਾਈ ਡੇ ਘਟੇਗਾ, ਵਧੇਗਾ ਨਹੀਂ, ਠੀਕ ਹੈ। ਸੋ ਥੈਂਕ ਯੂ ਫॉर टुडे ਰਾਜੇ, ਥੈਂਕ ਯੂ ਕਲਾਸ।